अस्सलाम वालेकुम। वालेकुम और अस्सलाम। जनाब सब ठीक ठाक हो? अल्लाह का शुक्र है, ठीक ਤੇ ठाक। ਇਹ ਅਸਲ 'ਚ ਸਾਡਾ ਪ੍ਰੋਗਰਾਮ ਜਿਹੜਾ ਕੋਈ ਲੇਟ ਹੋਇਆ ਨਾ, ਇਹ ਸਾਡੇ ਕੋਈ ਵਿਆਹ ਸ਼ਾਦੀਆਂ ਪੈ ਗਈਆਂ ਸੀ ਤੇ ਉਧਰ ਚਲਾ ਗਿਆ ਇਸ ਵਾਸਤੇ ਨਾ ਇਹ ਦਿਨ ਸ਼ਾਰਟ ਹੋਏ ਇਸ ਵਜ੍ਹਾ ਸੀ। ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਠੱਗਾਂ ਬੰਦਿਆਂ ਦੀ। ਅੱਛਾ ਠੱਗਾ ਬੰਦਿਆਂ ਦੀ ਉਹ ਇੱਕ ਬੰਦਾ ਸੀ ਨਾ ਤੇ ਉਹ ਗਿਆ ਮੰਡੀ 'ਚ ਉਹਨੇ ਢੱਗਾ ਖਰੀਦਣਾ ਸੀ ਜ਼ਿਮੀਂਦਾਰ ਸੀ ਤੇ ਢੱਗਾ ਉਹਨੇ ਜਨਾਬ ਲਈ ਖਰੀਦ ਕੇ ਆ ਰਿਹਾ ਸੀ ਪੈਦਲ ਹੀ ਆਉਂਦੇ ਸੀ ਉਸ ਵੇਲੇ ਹੁਣ ਤੇ ਡਾਲੇ ਸ਼ਾਲੇ ਤੇ ਹੁਣ ਚੱਲੇ ਨਾ ਤੇ ਜਿਹੜੇ ਕੱਚੀਆਂ ਸੜਕਾਂ ਉਹ ਨਾ ਕੱਚੀਆਂ ਸੜਕਾਂ ਰਸਤੇ ਜਨਾਬ ਜਿਹੜੇ ਆਏ ਨਾ ਤੇ ਅੱਗੇ ਦੋ ਬੰਦੇ ਬੈਠੇ ਧੁੱਪਾ ਲੈ ਕੇ ਬੈਠੇ ਜਨਾਬ ਉਹਨੇ ਸੋਚਿਆ ਬਈ ਸਫ਼ਰ ਵੀ ਥੱਕ ਵੀ ਗਿਆ ਥੋੜੇ ਚਲੋ ਕਾ ਪੀਣਾ ਪਾਣੀ ਛੱਣੇ ਨਾਲ ਬਹਿ ਕੇ ਪੀਣਾ ਨਾਲ ਗੱਪ ਛੱਪ ਹੋ ਜਾਏਗੀ ਫਿਰ ਟੁਰ ਪਾਵਾਂਗਾ ਉਹ ਜਨਾਬ ਸਲਾਮ ਦੁਆ ਲੈ ਕੇ ਤੇ ਬਹਿ ਕੇ ਜਨਾਬ ਤੇ ਉਹਨਾਂ ਨੇ ਜੁੱਕਾ ਠੀਕ ਲਾ ਉਹਨਾਂ ਨੇ ਠੀਕ ਲੈ ਤੇ ਉਹ ਜਿਹੜੇ ਬਹਿ ਗਿਆ ਉੱਪਰ ਚਿਕਨ ਵਾਸਤੇ ਉਹਨਾਂ ਪਾਣੀ ਛੱਣੇ ਹੀ ਪਿਆ ਤੇ ਕਹਿੰਦੇ ਪੁਰਾਣੇ ਖੋਤਾ ਕਿੰਨੇ ਦਾ ਲਿਆ ਅੱਛਾ ਹਾਂ ਢੱਗੇ ਨੂੰ ਖੋਤਾ ਬਣਾ ਦਿੱਤਾ ਉਹਨੇ ਕਿਹਾ ਯਾਰ ਮੈਂ ਤੇ ਧੱਕਾ ਲੈ ਕੇ ਆਇਆ ਤੁਸੀਂ ਇਹਨੂੰ ਖੋਤਾ ਬਣਾ ਦਿੱਤਾ ਕਹਿੰਦੀ ਯਾਰ ਇਹ ਹੀ ਖੋਤਾ ਇਹ ਤੇਰੇ ਨਾਲ ਕਿਸੇ ਨੇ ਫਰਾਡ ਕੀਤਾ ਜਿਹੜਾ ਤੈਨੂੰ ਖੋਤਾ ਫੜਾ ਦਿੱਤਾ ਨੇ ਅੱਛਾ ਉਹ ਪਰੇਸ਼ਾਨ ਹੋਣ ਉਹਨੇ ਕਿਹਾ ਨਹੀਂ ਯਾਰ ਇਸ ਤਰ੍ਹਾਂ ਮੈਂ ਨਹੀਂ ਮੰਨਦਾ ਉਹਨੇ ਕਿਹਾ ਨਹੀਂ ਜੇ ਤੂੰ ਨਹੀਂ ਨਾ ਮੰਨਦਾ ਉਹ ਅੱਗੇ ਅਗਲੇ ਡੇਰੇ ਤੇ ਬਾਬਾ ਬੈਠੇ ਆ ਆਪਾਂ ਉਹਦੇ ਕੋਲ ਪੁੱਛ ਲੈਣੇ ਜਾ ਕੇ ਅਸੀਂ ਕਹਿੰਦੇ ਜਾ ਕੇ ਉਹਨਾਂ ਨੇ ਕੀ ਹੈ ਉਹਨੇ ਕਿਹਾ ਚਲੋ ਠੀਕ ਹੈ ਚਲੋ ਉਹਨਾਂ ਜਨਾਬ ਆਪਣਾ ਹੁੱਕਾ ਚੁੱਕਿਆ ਤੇ ਅੱਗੇ ਬਾਬਾ ਭੁੱਕਾ ਲਾ ਕੇ ਬੈਠਿਆ ਹੁਣ ਉਹ ਉੱਥੇ ਬਹਿ ਕੇ ਜਾ ਕੇ ਤੇ ਹੁਣ ਜਿਹੜੇ ਬੰਦੇ ਸੀ ਦੋ ਉਹ ਕਹਿੰਦੇ ਬਾਬਾ ਯਾਰ ਇਹ ਦੱਸੀ ਵੇ ਪ੍ਰਾਹੁਣਾ ਕੀ ਖਰੀਦ ਕੇ ਲਿਆਇਆ ਉਹਨੇ ਕਿਹਾ ਖੋਤਾ ਅੱਛਾ ਉਹਨੇ ਕਿਹਾ ਬਾਬਾ ਜੀ ਇਹ ਢੱਕਾ ਹੈ ਉਹਨੇ ਕਿਹਾ ਢੱਕਾ ਨਹੀਂ ਖੋਤਾ ਹੈ ਮੇਰਾ ਪੁੱਤਰ ਖੋਤਾ ਹੈ ਉਹਨੇ ਸੋਚਿਆ ਹੁਣ ਪਿੰਡ ਲੈ ਕੇ ਜਾਵਾਂਗੇ ਤੇ ਬੇਇੱਜ਼ਤੀ ਹੋਵੇਗੀ ਬਈ ਚੰਗਾ ਜ਼ਿਮੀਂਦਾਰ ਸੀ ਜਨਾਬ ਗਿਆ ਢੱਕਾ ਲੈਣ ਤੇ ਲੈ ਖੋਤਾ ਆ ਗਿਆ ਉਹਨੇ ਕਿਹਾ ਯਾਰ ਇਹਨੂੰ ਨਾ ਫਿਰ ਤੁਸੀਂ ਲੈ ਲਓ ਤੇ ਅਸੀਂ ਵੇਚ ਬੂਝ ਦਿਓ ਤੇ ਮੈਂ ਘਰ ਜਾਣਾ ਉਹਨਾਂ ਜਿੰਨੇ ਦਾ ਰੁਪਏ ਦਾ ਠੰਡ ਦਾ ਲੈਣਾ ਸੀ ਲੈ ਲਿਆ ਖੋਤਾ ਦਾ ਰੇਟ ਲਾ ਕੇ ਹੁਣ ਜਿਹੜੇ ਰਾਜ ਘਰ ਜਾ ਰਿਹਾ ਤਾਂ ਉਹਦੀ ਸੋਚ ਚ ਆਈ ਯਾਰ ਮੈਨੂੰ ਤੇ ਇਹਨਾਂ ਬੰਦਿਆਂ ਫੁੱਦੂ ਬਣਾਇਆ ਐਸੇ ਢੱਗਾ ਸੀ ਮੈਂ ਕਿਹੜਾ ਪਾਗਲ ਸੀ ਪਰ ਮੈਨੂੰ ਨਹੀਂ ਪਤਾ ਖੋਤਾ ਕੀ ਜਾਂਦਾ ਸੀ ਢੱਗਾ ਪਰ ਮੈਨੂੰ ਉਹਨਾਂ ਦੀ ਚੱਕਰੀ ਮੈਨੂੰ ਨਾ ਚੱਕਰ ਦੇ ਦਿੱਤਾ ਉਹਨਾਂ ਨੇ ਉਹਨੇ ਕਿਹਾ ਚਲੋ ਇਹਨਾਂ ਦਾ ਬੰਦੋਬਸਤ ਮੈਂ ਕਰਨਾ ਰਾਤ ਨੂੰ ਗਿਆ ਘਰ ਸੁੱਤਾ ਜਾ ਕੇ ਸੁੱਤਾ ਜਨਾਬ ਤੇ ਸਵੇਰੇ ਉੱਠਿਆ ਜ਼ਨਾਨੇ ਕੱਪੜੇ ਪਾਏ ਤੇ ਉਸੇ ਬਸਤੀ ਨੂੰ ਮੂੰਹ ਕਰ ਲਿਆ ਤੇ ਹੁਣ ਉੱਥੇ ਹੀ ਉਹਦੇ ਡੇਰੇ ਵੀ ਰਾਹ ਜੀ ਸੀ ਨਾ ਉੱਥੋਂ ਜਿਹੜੇ ਨਾ ਲੰਘਿਆ ਕਦੇ ਅਗਾਂ ਦੇਖੇ ਕਦੇ ਪਿਛਾਂ ਦੇਖੇ ਤੇ ਉਹ ਬੈਠੇ ਜਨਾਬ ਦੋਏ ਦੇ ਉਹਨਾਂ ਨੇ ਸੋਚਿਆ ਵੀ ਤੂੰ ਜ਼ਨਾਨੀ ਜਿੱਦਾਂ ਕਰੂ ਉਸ ਕੇ ਆ ਗਈ ਚਲੋ ਇਹਨੂੰ ਕਾਬੂ ਕਰੀਏ ਤੇ ਵਿਆਹ ਤੇ ਆਪਣੇ ਹੋਏ ਕੋ ਨਹੀਂ ਆ ਉਹ ਜਨਾਬ ਲਈ ਉਹਨਾਂ ਨੇ ਸਰ ਪੁੱਛਿਆ ਬੀਬੀ ਤੂੰ ਕਿੱਥੇ ਉਹਨੇ ਕਿਹਾ ਜੀ ਮੈਂ ਤੇ ਇਸ ਤਰ੍ਹਾਂ ਦੀ ਮਾਰੀਆਂ ਜਨਾਬ ਮੈਨੂੰ ਘਰਦਿਆਂ ਘਰੋਂ ਕੱਢ ਦਿੱਤਾ ਤੇ ਮੈਂ ਤੇ ਹੁਣ ਲੱਭਣੀਆਂ ਵੀ ਕਿੱਥੇ ਟਿਕਾਣਾ ਕੋ ਲੱਭਦੇ ਕੋਈ ਉਹਨਾਂ ਕਿਹਾ ਜੇ ਤੈਨੂੰ ਅਸੀਂ ਰੱਖੀਏ ਤੇ ਉਹਨੇ ਕਿਹਾ ਮੈਨੂੰ ਮੈਂ ਤੇ ਰਹਿਣਾ ਹੀ ਹੈ ਘਰ ਲੈ ਗਏ ਹੁਣ ਅੱਬੇ ਨੂੰ ਕਹਿੰਦੇ ਅੱਬਾ ਇਹ ਔਰਤ ਹੈ ਤੇ ਉਹ ਨਹੀਂ ਕਹਾ ਕਿ ਮੈਂ ਸ਼ਾਦੀ ਕਰਨੀ ਤੇ ਦੂਆ ਕਿ ਮੈਂ ਇਹਦੇ ਨਾਲ ਸ਼ਾਦੀ ਕਰਨੀ ਉਹ ਜ਼ਨਾਨੀ ਬੋਲੀ ਉਹਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਕੰਮ ਠੀਕ ਹੋਣਾ ਪਰ ਤੁਸੀਂ ਦੋਵੇਂ ਭਰਾ ਆਪਸ ਵਿੱਚ ਪਾਰਟ ਜਾਓਗੇ ਰਿੰਜ ਵੀ ਹੋਵੋਗੇ ਤੇ ਬਿਹਤਰ ਹੈ ਕਿ ਤੁਸੀਂ ਮੇਰਾ ਬਾਬੇ ਨਾਲ ਨਿਕਾਹ ਕਰ ਦਿਓ ਤੁਹਾਡੀ ਮਾਂ ਬਣ ਜਾਏਗੀ ਰੋਟੀ ਟੁੱਕਰ ਮੈਂ ਪਕਾਉਂ ਤੁਸੀਂ ਖਾਂਦੇ ਰਹੋ ਤੇਰੀ ਪਿਓ ਵੀ ਖੁਸ਼ ਹੋ ਗਿਆ ਜੀ ਮੇਰੇ ਹੱਕ 'ਚ ਫੈਸਲਾ ਆ ਗਿਆ ਉਹ ਖੀਰੀ ਹੁਣ ਪਿਓ ਗਏ ਤੇ ਨਾ ਕਹਾ ਸਕੇ ਅਸੀਂ ਕਰਾਉਣਾ ਵਾ ਉਹਨਾਂ ਕਿਹਾ ਚਲੋ ਅੱਬੇ ਦਾ ਕਰ ਦਿਓ ਹੁਣ ਜਨਾਬ ਲਈ ਉਹ ਕਹਿੰਦੀ ਵੀ ਇੱਕ ਨੂੰ ਕਹਿੰਦੀ ਵੀ ਜਾ ਤੂੰ ਨਾ ਮੌਲਵੀ ਲਿਆ ਬੁਲਾ ਕੇ ਦੂਏ ਨੂੰ ਉਹਨੇ ਭੇਜਤਾ ਛੁਹਾਰਿਆਂ ਵਾਲਾ ਤੂੰ ਛੁਹਾਰੇ ਲੈਣ ਨਿਕਾਹ ਦੀ ਬਾਅਦ ਛੁਹਾਰੇ ਵੀ ਬਣਨੇ ਆ ਉਹ ਚਲੇ ਗਏ ਜਿਹੜੇ ਚਲੇ ਗਏ ਤੇ ਮਗਰੂ ਜਨਾਬ ਨੇ ਮਤਹਿਰ ਫੜਿਆ ਜਨਾਬ ਵੀ ਉੱਥੇ ਬਾਬੇ ਨੇ ਫੇਰ ਚੰਗਾ ਟਿਕਾ ਕੇ ਉਹਨੇ ਕਿਹਾ ਤੂੰ ਆਇਆ ਕੌਣ ਉਹਨੇ ਕਿਹਾ ਮੈਂ ਢੱਗਿਆ ਉਹਨੇ ਕਿਹਾ ਅੱਛਾ ਉਹਨੇ ਕਿਹਾ ਕੱਢਦੇ ਜੋ ਕੁਝ ਆਈ ਉਹਨੇ ਕਿਹਾ ਉਹ ਗੋਠੇ 'ਚ ਪਏ ਪੈਸੇ ਜਿਹੜੇ ਚਾਹੀਦੇ ਚੁੱਕ ਕੇ ਲੈ ਜਾ ਵੈਸੇ ਉਹਨੇ ਚੰਗੇ ਇਕੱਠੇ ਕੀਤੇ ਸੀ ਠੱਗਾਂ ਨੇ ਉਹਨਾਂ ਜਨਾਬ ਲਈ ਜਿਹੜੇ ਗਿਆ ਗੋਠੇ ਜਿਹੜੇ ਪੈਸੇ ਦੀ ਪਟੋਕਰੀ ਬੰਨੀ ਤੇ ਜਨਾਬ ਘਰ ਜਿਤਨਾ ਮੁੰਡੇ ਇਕਾਰੀ ਨੂੰ ਲੈ ਕੇ ਆ ਗਏ ਛਾੜੇ ਲੈ ਗਿਆ ਉੱਠਣ ਜਾਣ ਭੱਜਣ ਨਾਲ ਆ ਉਹ ਕੀਰੀ ਜਨਾਬ ਉਹਨੇ ਪੁੱਛਿਆ ਉਹ ਕੀ ਆ ਤੈਨੂੰ ਉਹਨੇ ਕਿਹਾ ਉਹ ਜਿਹੜੀ ਔਰਤ ਸੀ ਨਾ ਉਹਦੇ ਢੱਗੇ ਵਾਲਾ ਸੀ ਤੇ ਮੇਰੇ ਪਸਲੀਆਂ ਪੂਰੀਆਂ ਭਣ ਭੁਣ ਗਿਆ ਉਹਨੇ ਕਿਹਾ ਅੱਛਾ ਹੁਣ ਤਾਂ ਉਹੀ ਘਰ ਚਲਾ ਗਿਆ ਸਵੇਰੇ ਜਨਾਬ ਜਿਹੜੀ ਦੇਸੀ ਹਕੀਮ ਬਣ ਕੇ ਜਨਾਬ ਝੋਲਾ ਕੱਚ 'ਚ ਪਾ ਕੇ ਤੇ ਜਨਾਬ ਲਈ ਛੋਟਾ ਹੱਥ 'ਚ ਫੜ ਕੇ ਤੁਰ ਪਿਆ ਉੱਥੇ ਜਾ ਕੇ ਕਿਹਾ ਤੂੰ ਆਪਣੇ ਦੇਸੀ ਇਲਾਜ ਕਰਾਉਣੇ ਆ ਭੱਜੀਆਂ ਟੁੱਟੀਆਂ ਲੱਤਾਂ ਠੀਕ ਕਰਾ ਲਓ ਉਹਨਾਂ ਸੋਚਿਆ ਵੀ ਚਲੋ ਹੈ ਤੈਨੂੰ ਬੁਲਾਈਏ ਤੇ ਬਾਬੇ ਨੂੰ ਚੈੱਕ ਕਰਾ ਲਈਏ ਹੁਣ ਬਾਬਾ ਜਨਾਬ ਲਈ ਨਾ
ਪਿਆ ਮੰਜੀ ਦੇ ਉੱਤੇ, ਹੁਣ ਸੋਟੇ ਤੇ ਉਹਨੇ ਆਪ ਹੀ ਮਾਰੇ ਸੀ ਨਾ, ਤੇ ਉਹ ਜਨਾਬ ਜਿੱਥੇ ਜਿੱਥੇ ਸੋਟਾ ਮਾਰਿਆ ਉੱਥੇ ਉੱਥੇ ਹੱਥ ਰੱਖੇ, ਤੇ ਉਹ ਆਏ ਕਰੇ ਜਨਾਬ ਤੇ ਵਾਕਣ ਹਕੀਮ ਤੇ ਬੜਾ ਸਿਆਣਾ ਹੈ ਜਨਾਬ, ਵੀ ਜਿੱਥੇ ਦਾਗ ਹੈ ਨਾ ਉੱਥੇ ਲੱਭੀ ਜਾਂਦਾ। ਸ਼੍ਰੀ ਉਹਨੇ ਕਿਹਾ ਬਾਬੇ ਦਾ ਇਲਾਜ ਕਰੋ ਜੀ। ਉਹਨੇ ਕਿਹਾ ਇਲਾਜ ਤੇ ਹੁੰਦਾ, ਮੈਂ ਕਰਨਾ ਦੇਸੀ ਇਲਾਜ। ਤੇ ਕੋਈ 2-3 ਬੂਟੀਆਂ ਨੇ, ਜਿਹੜੀ ਕੁਝ ਤਾਂ ਹੈ ਨਾ ਮੇਰੇ ਥੈਲੇ 'ਚ, 2-3 ਬੂਟੀਆਂ ਮੈਨੂੰ ਹੋਰ ਚਾਹੀਦੀਆਂ। ਤੇ ਇਹ 2 ਬੂਟੀਆਂ ਤੇ ਲੱਭਣੀਆਂ ਫਲਾਣੀ ਜਿਹੜੀ ਪਹਾੜੀ ਹੈ ਉਹਦੇ ਦੀ, ਇਹ ਇੱਕ ਬੂਟੀ ਜਿਹੜੀ ਇਹ ਪਹਾੜੀ ਇੱਧਰ ਹੈ ਨੇ ਇਹਦੇ 'ਚ ਲੱਭਣੀ। ਉਹ ਇੱਕ ਉੱਧਰ ਚਲਾ ਗਿਆ, ਇੱਕ ਉੱਧਰ ਚਲਾ ਗਿਆ ਬੂਟੀਆਂ ਲੱਭਣ ਵਾਸਤੇ। ਉਹਨੇ ਫਿਰ ਮੈਂ ਰਹਿ ਦੇ ਹੱਥ 'ਚ ਉਹਨੇ ਜਨਾਬ ਸ਼ੁਰੂ ਕੀਤਾ ਬਾਬੇ ਨੂੰ ਕੁੱਟਣ ਵਾਸਤੇ। ਉਹਨੇ ਜਨਾਬ ਦੀ ਹਾਲਤ ਜਨਾਬ ਦੀ ਖੀਰੀ, ਉਹਨੇ ਕਿਹਾ ਤੂੰ ਕੌਣ? ਉਹਨੇ ਕਿਹਾ ਮੈਂ ਉਹੀ ਢੱਗੇ ਵਾਲਾ। ਅੱਛਾ। ਉਹਨੇ ਕਿਹਾ ਕੀ ਚਾਹੁੰਦਾ? ਉਹਨੇ ਕਿਹਾ ਜੋ ਕੁਝ ਹੈ ਦੇ ਦੇ। ਉਹਨੇ ਕਿਹਾ ਉਹ ਬੂਟੇ 'ਚ ਪਿਆ ਮਾਲ ਜਿਹੜਾ ਲੈਣ ਲੈ ਜਾ। ਉਹ ਲੈ ਕੇ ਚਲਾ ਗਿਆ। ਹੁਣ ਜਨਾਬੇ ਨਾ ਜਿਹੜੇ ਉਹ ਆਏ ਬੂਟੀ ਲੱਭ ਕੇ ਲਿਆਏ ਤੇ ਅੱਗੇ ਆਏ ਤੇ ਬਾਬੇ ਹੋਰ ਮੁੱਦੇ ਤੇ ਉਹਨੇ ਪੁੱਛਿਆ ਆਪਾਂ ਕੀ ਹੋਇਆ ਜੀ? ਉਹਨੇ ਕਿਹਾ ਜੀ ਉਹਦੇ ਜਨਾਨੀ ਨਹੀਂ ਬਣਿਆ, ਹਕੀਮ ਨਹੀਂ ਸੀ, ਉਹਦੇ ਢੱਗੇ ਵਾਲਾ ਸੀ। ਤੇ ਉਹਨੇ ਕਿਹਾ ਅੱਛਾ। ਉਹਨਾਂ ਸੋਚਿਆ ਵੀ ਆਪਾਂ ਨਾ ਇਹਨੂੰ ਨਾ ਇਹਦਾ ਬੰਦੋਬਸਤ ਕਰੀਏ। ਉਹ ਖੀਰੀ ਜਨਾਬੇ ਨਾ ਅਗਲੇ ਦਿਨ ਉਹਨੂੰ ਪਤਾ ਸੀ ਇਹਨਾਂ ਮੇਰੇ ਤੇ ਚਿਹਰਾ ਆਉਣਾ ਹੀ ਆਉਣਾ। ਉਹਨੇ ਜਨਾਬ 2 ਸਹੀੜ ਲਏ ਚਿੱਟੇ ਰੰਗ ਦੇ, ਇੱਕ ਘਰ ਬੰਨ ਦਿੱਤਾ ਤੇ ਇੱਕ ਡੇਰੇ ਜਿੱਥੇ ਹਾਲ ਚਾਲ ਬੰਨ ਉੱਥੇ ਲੈ ਗਿਆ। ਇੱਕੋ ਹਲੀਏ। ਅੱਛਾ। ਹੁਣ ਉਹ ਜਨਾਬਲੀ ਜਨਾਨੀ ਨੂੰ ਕਹਿ ਗਿਆ ਵੀ ਬੰਦੇ 2-3 ਹੁਣ ਦਿੱਤੇ, ਤੂੰ ਨਾ ਉਹਨਾਂ ਦਾ ਖਾਣਾ ਚੰਗਾ, ਗੋਸ਼ਤ ਵਗੈਰਾ, ਵਾਹ ਰੋਟੀਆਂ ਛੋਟੀਆਂ ਨਾ ਚੰਗੀ ਮੰਜੀਆਂ ਡਾਹ ਕੇ ਭਰ ਕੇ ਰੱਖਣਾ। ਉਹਨੇ ਕਿਹਾ ਠੀਕ ਹੈ। ਹੁਣ ਜਨਾਬ ਉਹ ਡੇਰੇ ਚਲਾ ਗਿਆ, ਹਾਲ ਚਾਲ ਬੰਨ੍ਹਦਾ ਪਿਆ ਜਿੱਦਾਂ ਜਨਾਬ ਦੁਪਹਿਰ ਨੂੰ ਆ ਗਈ। ਉਹਨੇ ਕਿਹਾ ਗੱਲ ਸੁਣ ਮੇਰੀ, ਅਸੀਂ ਤੇਰੇ ਨਾਲ ਕੀਤੀ ਜ਼ਿਆਦਤੀ ਤੇ ਤੂੰ 2 ਵਾਰੀ ਸਾਡੇ ਨਾਲ ਜ਼ਿਆਦਤੀ ਕਰ ਲਈ ਹੈ, ਹੁਣ ਅਸੀਂ ਤੈਨੂੰ ਮਾਫ਼ ਕਰਨਾ ਤੇ ਤੂੰ ਵੀ ਸਾਨੂੰ ਮਾਫ਼ੀ ਦੇ। ਦੇਖੋ ਨਹੀਂ ਆਪਣੀ ਲੜਾਈ ਕੋਈ ਨਹੀਂ, ਜੇ ਤੁਸੀਂ ਮਾਫ਼ ਕੀਤਾ ਤੇ ਮੈਂ ਵੀ ਮਾਫ਼ ਕੀਤਾ, ਤੇ ਹੁਣ ਆਓ ਫਿਰ ਮੇਰੇ ਨਾਲ ਮੇਰੇ ਘਰ ਰੋਟੀ ਪਾਣੀ ਖਾਓ। ਉਹਨਾਂ ਦਾ ਠੀਕ ਹੈ ਮਾਫ਼ੀ ਦੇ। ਦੇਖੋ ਨਹੀਂ ਆਪਣੀ ਲੜਾਈ ਕੋਈ ਨਹੀਂ, ਜੇ ਤੁਸੀਂ ਮਾਫ਼ ਕੀਤਾ ਤੇ ਮੈਂ ਵੀ ਮਾਫ਼ ਕੀਤਾ, ਤੇ ਹੁਣ ਆਓ ਫਿਰ ਮੇਰੇ ਨਾਲ ਮੇਰੇ ਘਰ ਰੋਟੀ ਪਾਣੀ ਖਾਓ। ਉਹਨਾਂ ਦਾ ਠੀਕ ਹੈ, ਸੁਲਾਹ ਤੇ ਹੋ ਗਈ। ਉਹਨੇ ਸਹੀੜ ਦੀ ਰੱਸੀ ਖੋਲੀ, ਉਹਨੇ ਕਿਹਾ ਜਾ ਪੁੱਤਰ ਜਾ ਕੇ ਮਾਸੀ ਨੂੰ ਕਹੀਂ ਹਲਵਾ, ਗੋਸ਼ਤ, ਰੋਟੀਆਂ ਤੇ ਉੱਕਾ ਭਰ ਕੇ ਤੇ ਮੰਜੇ ਡਾਹ ਕੇ ਉੱਤੇ ਚਾਦਰਾਂ ਪਿੱਛੇ ਪਾ ਕੇ ਰੱਖਣੇ, 2-3 ਮਹਿਮਾਨ ਆ ਰਹੇ ਨੇ। ਉਹਦੇ ਨਾਲ ਕਰੀ ਸਹੀੜ ਨੇ ਛਾਲ ਮਾਰੀ, ਆਪਣੇ ਜੰਗਲ ਚਲਾ ਗਿਆ। ਜਿਹੜੇ ਘਰ ਗਏ ਤੇ ਅੱਗੇ ਜਨਾਬ ਉਸੇ ਮੰਜੀ ਦੇ ਨਾਲ ਹੀ ਕਿੱਲੀ ਠੋਕੀ ਤੇ ਉੱਥੇ ਸਹੀੜ ਦੂਆ ਬੰਨਿਆ। ਉਹਨਾਂ ਦੇਖਿਆ ਜਿਹੜੇ ਸਹੀੜ ਨੂੰ, ਉਹਨੇ ਕਿਹਾ ਯਾਰ ਸਹੀੜ ਤੇ ਬੜੇ ਕੰਮ ਦਾ ਤੇ ਉਸ ਸੁਨੇਹਾ ਭੇਜਿਆ ਤੇ ਆਪਾਂ ਇਹ ਇੰਝ ਨਾ ਕਰੀਏ, 2 ਭਰਾ ਕਰਾ ਗਏ ਤੇ ਆਪਾਂ ਇਹਦੇ ਕੋਲ ਸਹੀੜ ਲੱਗੀ ਤੇ ਸਾਡੇ ਵੀ ਕੰਮ ਆਵੇਗਾ। ਬਸ ਜਿੱਥੇ ਗਏ ਫਰਾਡ ਕੀਤਾ, ਜੋ ਵੀ ਕੀਤਾ, ਘਰ ਸੁਨੇਹਾ ਭੇਜਤਾ ਤੇ ਉਹ ਰੋਟੀ ਜਿਹੜੇ ਖਾ ਰਹੇ, ਉਹਨੇ ਕਿਹਾ ਯਾਰ ਭਰਾ ਸੁਲਾਹ ਤੇ ਹੋ ਗਈ ਸਾਡੀ, ਸਹੀੜ ਸਾਨੂੰ ਦੇ। ਉਹਨੇ ਕਿਹਾ ਸਹੀੜ ਇੰਝ ਨਹੀਂ ਮੈਂ ਦਿੰਦਾ ਜਿੰਨਾ ਜੇ ਕਹਿੰਦਾ ਬਾਬਾ ਨਾਲ, ਬਾਬੇ ਨਾਲ ਵੀ ਸੁਲਾਹ ਕਰਨੀ ਨਾ। ਉਹ ਫਿਰ ਬਾਬੇ ਨੂੰ ਲਾਏ, ਬਾਬੇ ਨੇ ਵੀ ਉਹਨੇ ਕਿਹਾ ਜੀ ਅਸੀਂ, ਬਾਬੇ ਨੇ ਕਿਹਾ ਅਸੀਂ ਤੈਨੂੰ ਮਾਫ਼ ਕੀਤਾ, ਤੂੰ ਸਾਨੂੰ ਮਾਫ਼ ਕਰ ਜਾ। ਇਹ ਸਹੀੜ ਮੇਰੇ ਪੁੱਤਰ ਮੰਗਦੇ ਤੂੰ ਇਹਨੂੰ ਨਾ ਦੇ ਦੇ। ਉਹਨੇ ਦੇ ਦਿੱਤਾ। ਹੁਣ ਜਨਾਬ ਜਿਹੜੇ ਜਾ ਰਹੇ ਘਰ ਦੇ ਆਪਣੇ ਡੇਰੇ ਉਰਲੇ ਬੈਠੇ ਦੇ ਘਰ ਦੇ ਨਾਲ ਸੀ ਦੂਰ ਦਾ, ਉੱਥੇ ਬੈਠਾ ਜਨਾਬ ਉਹਦੀ ਰੱਸੀ ਖੋਲ੍ਹਦੇ ਨੇ, ਜਾ ਕੇ ਨਾ ਬਾਬੇ ਨੂੰ ਕਿਹਾ ਬਈ ਨਾ ਰੋਟੀ ਛੋਟੀ ਪਕਾ। ਹੁਣ ਸਹੀੜ ਦੀ ਉਹਨਾਂ ਰੱਸੀ ਖੋਲ੍ਹੀ, ਸਹੀੜ ਕਹਿੰਦੇ ਜੀ ਵੜ ਗਿਆ। ਜੇ ਘਰ ਗਏ ਤੇ ਪੁੱਛਿਆ ਵੀ ਨਾ, ਉਹਨਾਂ ਬਾਬੇ ਅੱਬੇ ਕੋਲ ਪੁੱਛਣਾ ਅੱਬਾ ਸਹੀੜ ਤੇ ਕੋਈ ਨਹੀਂ ਆਇਆ। ਹੋਣਗੇ ਯਾਰ ਹੁਣ ਵੀ ਸਾਡੇ ਨਾਲ ਦਾਲ ਆ ਗਈ। ਸਹੀੜ ਉਹਨਾਂ ਨੇ ਪੈਸੇ ਦੇ ਕੇ ਲਿਆਂਦਾ ਸੀ? ਪੈਸੇ ਦੇ ਕੇ, ਪੈਸੇ ਨਹੀਂ ਲਿਆ ਨਾ, ਮਤਲਬ ਪੈਸੇ ਦੇ ਕੇ ਸਹੀੜ ਲੈਂਦਾ। ਹੁਣ ਗਏ ਹੁਣ ਵੀ ਸਾਡੇ ਨਾਲ ਦਾਲ ਆ ਗਿਆ। ਖੀਰੀ ਜਨਾਬਲੀ ਉਹਨੇ ਕਿਹਾ ਵੀ ਇਹਦਾ ਬੰਦੋਬਸਤ ਕਰੀਏ। ਉਹ ਜਨਾਬਲੀ ਡੇਰੇ ਸੌਂਦਾ ਸੀ। ਉਹ ਰਾਤੀ ਜਨਾਬ ਜੇ ਸੁੱਤਿਆ ਜਨਾਬ ਤੇ ਗਏ ਜਨਾਬੀ ਰੱਸੀ ਫੇਰੀ ਮੰਜੇ ਤੇ ਬੰਨ੍ਹ ਕੇ ਉਹਨੂੰ ਜਨਾਬੀ ਦੇ ਚੁੱਕਿਆ ਤੇ ਲੈ ਗਏ ਦਰਿਆ ਰਾਵੀ ਵਾਲੇ ਪਾਸੇ। ਅੱਛਾ। ਹੁਣ ਅੱਗੇ ਜੰਗਲ ਸੀ, ਬੱਕਰੀਆਂ ਚਗਾਉਣ ਵਾਲੇ, ਸਵੇਰੇ ਰਾਨਾ ਦੀ ਜ਼ਰਾ ਪਹਿਲਾਂ ਟਾਈਮ ਹੋ ਗਿਆ ਤੇ ਉਹ ਜਨਾਬ ਇੱਕ ਬੱਕਰੀਆਂ ਵਿੱਚ ਗਿਆ। ਇਹ ਜਨਾਬੀ ਨੂੰ ਉੱਥੇ ਮੰਜਾ ਰੱਖ ਕੇ ਨਾ ਸਾਈਡ ਦੇ ਝੁੰਡਾਂ ਦੇ ਉਹਲੇ, ਉਹ ਜਨਾਬੀ ਪਰਾਂ ਡੇਰਾ ਸੀ ਉੱਥੇ ਪਾਚੇ ਕਲੀਏ ਜਾ ਕੇ ਕਰ ਲੈਣੇ ਦਾ ਬੰਦੋਬਸਤ। ਉਹ ਜਨਾਬ ਚਿਕਨ ਚਲੇ ਗਏ ਤੇ ਹੁਣ ਜਿਹੜੇ ਬੱਕਰੀਆਂ ਨੇ ਦੇਖਿਆ ਮੰਜੀ ਪਈ ਕਿਉਂਕਿ ਨੇੜੇ ਹੋ ਕੇ ਉਹ ਕਰਦਾ, ਉਹਨੇ ਕਿਹਾ ਤੂੰ ਕਿ ਮੂੰਹ ਤੇ ਕੱਪੜਾ। ਉਹਨੇ ਕਿਹਾ ਮੇਰੇ ਭਰਾ ਨੇ, ਇਹ ਮੇਰੀ ਕਰਦੇ ਨੇ ਸ਼ਾਦੀ ਤੇ ਮੈਂ ਕਰਾਣੀ ਥੋੜੀ, ਇਹ ਧੱਕੇ ਨਾਲ ਮੈਂ ਕਰਦੇ ਨੇ, ਮੈਂ ਨਹੀਂ ਸ਼ਾਦੀ ਕਰਾਣੀ। ਉਹਨੇ ਕਿਹਾ ਫਿਰ ਉਹਨੇ ਕਿਹਾ ਜੇ ਤੂੰ ਕਰਾਣੀ ਤੇ ਤੂੰ ਆ।
ਉਹਨੇ ਕਿਹਾ ਵੀ ਚੱਲ, ਉਹਨੇ ਕਿਹਾ ਮੇਰੀ ਰੱਸੀ ਖੋਲ ਫਟਾਫਟ। ਉਹਨੇ ਰੱਸੀ ਖੋਲੀ ਜਨਾਬ, ਖੋਲਣ ਕੇ ਪੈ ਲੰਮੇ, ਉਹਨੇ ਉਸੇ ਤਰ੍ਹਾਂ ਮੂੰਹ ਤੇ ਕੱਪੜਾ ਦੇ ਕੇ ਜਨਾਬ ਉਹਦੀ ਰੱਸੀ ਤੇ ਜੇ ਬੰਨ੍ਹ ਦਿੱਤਾ ਅੱਛਾ ਤੇ ਆਪ ਪਰ ਹੁਣ ਵਿਆਹ ਕਰਾਉਣ ਜੋ ਲੱਗੇ ਉਹੀ ਨਾ ਵਿਆਹ ਕਰਾਉਣ ਦੇ ਨਾ, ਉਹ ਜਨਾਬ ਆਪ ਪਰਾਂ ਬੱਕਰੀਆਂ ਭੇਡਾਂ ਜਗਾਉਣ ਲੱਗ ਪਿਆ। ਜਿਹੜੇ ਭੇਡਾਂ ਬੱਕਰੀਆਂ ਜਗਾਉਣ ਲੱਗ ਪਏ, ਉਹਨਾਂ ਮੰਜੀ ਚੁੱਕੀ ਜਨਾਬ ਜੀ ਰਾਵੀ ਨੂੰ, ਜਿਹੜੇ ਪੁੱਲ ਤੇ ਗਏ ਨਾ ਉਹਨਾਂ ਜਾ ਕੇ ਚੁੱਕ ਕੇ ਮੰਜੀ ਵਿੱਚ ਬੁਆਈ ਤੇ ਵਾਪਸ। ਉਹ ਜਿਹੜੇ ਵਾਪਸ 2 ਕਿਲੋਮੀਟਰ ਜਿਹੜੇ ਵਾਪਸ ਆਏ ਤੇ ਅੱਗੇ ਜਨਾਬ ਭੇਡਾਂ ਪੈ ਜਗਾਏ। ਉਹਨੇ ਕਿਹਾ ਤੈਨੂੰ ਅਸੀਂ ਉਹਨੇ ਕਿਹਾ ਗੱਲ ਤੁਸੀਂ ਸੱਟਿਆ ਰਿਹਾ ਮੈਨੂੰ, ਪਰ ਤੁਸੀਂ ਸੁੱਟਿਆ ਮਨੂਰਾਂ ਥੋੜਾ ਜਿਹਾ, ਜੇ ਕਦੇ ਪਰਾਂ ਥੋੜਾ ਸੁੱਟਦੇ ਉੱਥੇ ਝੋਟੀਆਂ ਤੇ ਸਿੰਘ ਮੈਨੂੰ ਆਇਆ ਹੱਥ 'ਚ, ਪਰ ਝੋਟੀ ਨਿਕਲ ਗਈ ਮੇਰੇ ਕੋਲ, ਤੇਗਾ ਮੈਂ ਨਹੀਂ ਜਾ ਸਕਿਆ, ਤੁਸੀਂ ਪਰਾਂ ਕਰਕੇ ਸੁੱਟਣ, ਮੈਂ ਝੋਟੀਆਂ ਵੀ ਲੈ ਆਉਂਦੀਆਂ ਉਹਨਾਂ ਜਨਾਬ ਜੀ ਜਾ ਕੇ ਉਹਨੂੰ ਗੱਲ ਸੁਣਾਈ ਤੇ ਉਹ ਜਨਾਬ ਆਇਆ ਤੇ ਉਹਨੇ ਕਿਹਾ ਯਾਰ ਉਹਨੇ ਕਿਹਾ ਤੁਸੀਂ ਮੇਰੇ ਨਾਲ ਜ਼ਿਆਦਤੀ ਕੀਤੀ, ਪਰ ਮੈਨੂੰ ਇਹਨਾਂ ਸੁੱਟਿਆ ਭੇਡਾਂ ਬੱਕਰੀਆਂ 'ਚ, ਜੇ ਪਰਾਂ ਸੁੱਟਦੇ ਤੇ ਮੈਂ ਮੱਝਾਂ ਝੋਟੀਆਂ ਵੀ ਲੈ ਆਉਣੀਆਂ ਸੀ, ਬੱਕਰੀਆਂ ਵੀ ਲੈ ਆਉਣੀਆਂ ਸੀ। ਤੇ ਉਹਨੇ ਕਿਹਾ ਯਾਰ ਇੰਝ ਕਰ ਫਿਰ ਨਾ, ਸਾਡੇ ਜਿਹੜੇ ਮੁੰਡੇ ਨੇ ਨਾ ਇਹਨਾਂ ਨੂੰ ਲੈ ਜਾ ਤੇ ਚੱਲ ਉੱਥੇ ਆ ਕੇ ਤੇ ਉਹਨੇ ਕਿਹਾ ਠੀਕ ਹੈ। ਉਹ ਜਨਾਬ ਜਿੰਨੇ ਉਹ ਪਿਓ ਪੁੱਤਰ ਸੀ ਉਹ ਜਨਾਬ ਚਲੇ ਗਏ ਪੁੱਲ ਤੇ। ਜਿਹੜੇ ਪੁੱਲ ਤੇ ਜਨਾਬ ਗਏ ਤੇ ਹੁਣ ਇੱਕ ਨੂੰ ਕਹਿੰਦਾ ਮਾਰ ਛਾਲ, ਉਹਨੇ ਛਾਲ ਮਾਰੀ ਤੇ ਉਹਨੂੰ ਗੋਤੇ ਜਿਹੜੇ ਖਾਏ ਤੇ ਉੱਤੇ ਹੱਥ ਮਾਰੇ ਨਾ ਪਿਆ ਤੇ ਉਹ ਕਹਿੰਦਾ ਵਾਲੇ ਮਾਰਦਾ ਪਰ ਉਹਦੇ ਕਾਬੂ ਨਹੀਂ ਆ ਰਹੀ, ਦੂਏ ਨੂੰ ਕਹਿੰਦਾ ਤੂੰ ਛਾਲ ਮਾਰ, ਉਹ ਵੀ ਜਨਾਬ ਉਹਨੇ ਵੀ ਛਾਲ ਮਾਰੀ ਤੇ ਜਨਾਬ ਉਹ ਵੀ ਹੱਥ ਪੈਰ ਮਾਰੇ ਤੇ ਪਿਓ ਨੂੰ ਕਹਿੰਦਾ ਕੋਈ ਕਾਬੂ ਵੀ ਆਉਂਦੀ ਤੂੰ ਵੀ ਨਾਲ ਚੱਲ, ਉਹਨੇ ਵੀ ਛਾਲ ਮਾਰੀ ਤੇ ਉਹ ਤਿੰਨੇ ਚਲੇ ਗਏ। ਉਹ ਭੇਡਾਂ ਬੱਕਰੀਆਂ ਆਪਣੇ ਘਰ ਲੈ ਕੇ ਆ ਗਿਆ ਤੇ ਅਸੀਂ ਜਨਾਬ ਆਪਣੇ ਘਰ ਆ ਗਏ। ਮਜ਼ਾ ਆਇਆ।